ਅਦਾਕਾਰਾ ਰਜ਼ੀਆ ਕਿਸ ਜੁਰਮ ਦੇ ਵਿੱਚ ਉਹਨਾਂ ਨੂੰ ਜੇਲ੍ਹ ਹੋਈ, ਡਰੱਗ ਸਮਗਲਿੰਗ ਕਰਨ ਦੀ ਨੌਬਤ ਕਿਉਂ ਆਈ, ਫਿਰ ਕਿਆ ਜ਼ਿੰਦਾ ਪਾਕਿਸਤਾਨ ਆ ਸਕੀ ਜਾਂ ਨਹੀਂ। अस्सलाम वालेकुम, ਤੁਸੀਂ ਵੇਖ ਰਹੇ ਹੋ ਜ਼ਫਰ ਭਾਈ ਆਫੀਸ਼ੀਅਲ ਚੈਨਲ। ਮੈਂ ਅੱਜ ਦਾ ਕਿੱਸਾ ਲੈ ਕੇ ਫਿਰ ਹਾਜ਼ਰ ਖਿਦਮਤ। ਅੱਜ ਦਾ ਕਿੱਸਾ ਜਨਾਬ ਇੱਕ ਐਸਾ ਹੈਗਾ ਕਿ ਇੱਕ ਐਸੀ ਅਦਾਕਾਰਾ ਜਿਹਨੇ ਆਪਣੇ ਵਕਤ 'ਤੇ ਬੜਾ ਅਰੂਜ ਪਾਇਆ, ਬਹੁਤ ਸ਼ੋਹਰਤ ਪਾਈ, ਲੇਕਿਨ ਉਹਨਾਂ ਦਾ ਕੋਈ ਫਿਲਮੀ ਬੈਕਗਰਾਉਂਡ ਵੀ ਨਹੀਂ ਸੀ ਹੈਗਾ, ਕੋਈ ਉਹਨਾਂ ਦਾ ਫਿਲਮ ਦੇ ਨਾਲ ਤਾਲੁਕ ਨਹੀਂ ਸੀ ਹੈਗਾ ਔਰ ਫਿਲਮਾਂ 'ਚ ਕੋਈ ਉਹਦਾ ਆਪਣਾ ਵੀ ਨਹੀਂ ਸੀ ਹੈਗਾ। ਹਾਂਜੀ, ਮੈਂ ਗੱਲ ਕਰ ਰਿਹਾ ਰਜ਼ੀਆ ਬੇਗਮ ਸਾਹਿਬਾ, ਠੀਕ ਹੈ ਜੀ। ਇਹ ਮਾਜ਼ੀ ਦੀ ਇੱਕ ਮਾਰੂਫ ਅਦਾਕਾਰਾ ਸੀ, 1942 'ਚ ਪੈਦਾ ਹੋਈ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜਾ ਨਾ ਇਹ ਪਹਿਲੇ ਇਹਨਾਂ ਦਾ ਫਿਲਮ ਇੰਡਸਟਰੀ ਦੇ ਨਾਲ ਕੋਈ ਵਾਸਤਾ ਨਹੀਂ ਸੀ, ਪਰ ਇਹਦੇ ਨਾਲ ਇਹ ਵੀ ਸੀ ਕਿਉਂਕਿ ਇਹਨਾਂ ਦਾ ਘਰਾਣਾ ਜਿਹੜਾ ਸੀ ਉਹ ਮਜ਼ਹਬੀ ਸੀ, ਮਜ਼ਹਬ ਨਾਲ ਉਹਦਾ ਬੜਾ ਤਾਲੁਕ ਸੀ। ਲੇਕਿਨ ਅਚਾਨਕ ਜਿਹੜਾ ਨਾ ਉਹਨਾਂ ਨੇ ਕੋਈ ਪਹਿਲੇ ਇਹ ਵੀ ਨਹੀਂ ਕੀਤਾ ਵੀ ਛੋਟੇ ਛੋਟੇ ਕੋਈ ਸ਼ੋਅ ਵਗੈਰਾ ਕੀਤੇ, ਨਹੀਂ, ਅਚਾਨਕ ਹੀ ਜਿਹੜਾ ਨਾ ਐਵੇਂ ਫਿਲਮ 'ਚ ਆ ਗਈ ਅਤੇ ਫਿਲਮ ਜਿਵੇਂ ਕਹਿੰਦੇ ਨਾ ਬਸ ਅੱਲਾਹ ਪਾਕ ਮੌਕਾ ਦੇ ਦਿੱਤਾ ਔਰ ਉਹਨਾਂ ਨੇ ਪਹਿਲੀ ਹੀ ਫਿਲਮ ਜਿਹੜੀ ਸੀ ਨਾ ਉਹ ਕਹਿੰਦੇ ਆ ਕਿ ਉਸ ਵਕਤ ਦੇ ਸੁਪਰਸਟਾਰ ਹੀਰੋ ਔਰ ਐਕਸ਼ਨ ਹੀਰੋ ਅਕਮਲ ਸਾਹਿਬ ਦੇ ਨਾਲ ਫਿਲਮ ਮੁਫਤਬਰ, ਉਹ ਫਿਲਮ ਦੇ ਅੰਦਰ ਜਨਾਬ ਜਿਹੜਾ ਸੀ ਨਾ ਰਜ਼ੀਆ ਦਾ ਕਿਰਦਾਰ, ਆਪਣਾ ਰਜ਼ੀਆ ਬੇਗਮ ਦਾ ਉਹ ਕਿਰਦਾਰ ਸੀ। ਕਹਿੰਦੇ ਜੀ ਇੱਕ ਕੋਈ ਜੰਗਲ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਹੁੰਦੇ ਆ, ਜੰਗਲੀ ਜਿਹੀ ਲੜਕੀ ਦਾ ਮਕਸਦ ਇਹ ਆ ਅਤੇ ਉਸ ਕਿਰਦਾਰ ਜਿਹੜਾ ਸੀ ਨਾ ਮਕਸਦ ਇਹ ਆ ਕਿ ਉਹ ਸੀ ਅਕਮਲ ਸਾਹਿਬ ਦੇ ਨਾਲ। ਲੇਕਿਨ ਕਿਉਂਕਿ ਉਹ ਪਹਿਲੀ ਦਫਾ ਹੀ ਆਈ ਸੀ, ਪਹਿਲੀ ਦਫਾ ਹੀ ਉਹਨੇ ਮਾੜਾ ਨਹੀਂ ਅੱਛਾ ਕੰਮ ਕੀਤਾ। ਉਸ ਫਿਲਮ ਦੇ ਅੰਦਰ ਅਕਮਲ ਸਾਹਿਬ ਤੋਂ ਇਲਾਵਾ ਬੜੇ ਬੜੇ ਸੁਪਰਸਟਾਰ ਜਿਹੜੀ ਕਾਸਟ ਸੀ, ਲੇਕਿਨ ਉਹਨਾਂ ਦੇ ਨਾਲ ਇੱਕ ਜਿਹੜੇ ਨਾ ਬਾਅਦ 'ਚ ਦੁਨੀਆ ਦੇ ਸਭ ਤੋਂ ਵੱਡੇ ਕਾਮੇਡੀਅਨ ਐਕਟਰ ਮੁਨੱਵਰ ਜ਼ਰੀਫ ਸਾਹਿਬ, ਉਹਨਾਂ ਦੇ ਵੱਡੇ ਭਰਾ ਜਿਹੜੇ ਸੀ ਨਾ ਜ਼ਰੀਫ ਸਾਹਿਬ, ਉਹ ਉਸ ਫਿਲਮ 'ਚ ਕੰਮ ਕੀਤਾ। ਔਰ ਜਨਾਬ ਇਹ ਬਸ ਕੁਦਰਤੀ ਗੱਲਾਂ ਹੈਗੀਆਂ ਵਾ ਕਿ ਉਹ ਕੰਮ ਜਦੋਂ ਉਹ ਪਹਿਲੀ ਹੀ ਫਿਲਮ ਉਸ ਐਕਟਰਾਂ ਦੀ, ਉਹ ਪਹਿਲੀ ਫਿਲਮ ਰਜ਼ੀਆ ਸਾਹਿਬਾ ਦੀ ਪਹਿਲੀ ਫਿਲਮ ਔਰ ਜ਼ਰੀਫ ਸਾਹਿਬ ਨੇ ਜਿਹੜਾ ਪਿੱਛੇ ਪਹਿਲੇ ਕੰਮ ਕੀਤਾ ਹੋਇਆ ਸੀ, ਬਸ ਉਹ ਹੋ ਗਿਆ ਅਤੇ ਇਹ ਫਿਲਮ ਜਿਹੜੀ ਸੀ ਉਹ ਉਹਦੀ ਆਖਰੀ ਫਿਲਮ ਸਾਬਤ ਹੋਈ। ਇਸ ਤੋਂ ਅੱਗੇ ਜਨਾਬ ਉਹਨਾਂ ਦੀ ਫੌਤਗੀ ਹੋ ਗਈ। ਇਹ ਕੁਦਰਤ ਦੇ ਕਰਨੇ ਆ, ਵਕਤ ਦੇ ਤਕਾਜ਼ੇ ਆ ਕਿ ਕਿਸੇ ਨੂੰ ਪਹਿਲੀ ਫਿਲਮਾਂ ਜਾਂ ਪਹਿਲਾ ਉਹਦਾ ਸਟੈਪ ਆ ਉਹਨੂੰ ਸ਼ੋਹਰਤ ਮਿਲੀ, ਕਿਸੇ ਦਾ ਉਹ ਆਖਰੀ ਫਿਲਮ ਜਿਹੜੀ ਸੀ ਨਾ ਜਦੋਂ ਮੁਕੰਮਲ ਹੋਈ ਬਣੀ ਫਿਲਮ ਸੁਪਰ ਹਿੱਟ ਗਈ। ਮਕਸਦ ਇਹ ਆ ਕਿ ਉਹਨੇ ਬਿਜ਼ਨਸ ਅੱਛਾ ਕੀਤਾ। ਉਸ ਤੋਂ ਬਾਅਦ ਤਾਂ ਫਿਰ ਜਿਵੇਂ ਕਹਿੰਦੇ ਨਾ ਸਿਲਸਿਲਾ ਚੱਲ ਪਿਆ, ਫਿਰ ਤਾਂ ਸਮਝ ਲਓ ਕਿ ਜਿਹੜੀ ਰਜ਼ੀਆ ਸੀ ਨਾ ਉਹਦਾ ਜਿਹੜਾ ਨਾ ਕੰਮ ਉਹ ਤੁਰ ਪਿਆ। ਉਹਦੇ 'ਚ ਇੱਕ ਹੋਰ ਵੀ ਰਜ਼ੀਆ ਸਾਹਿਬ ਦੇ ਅੰਦਰ ਕਹਿੰਦੇ ਆ ਕਿ ਇੱਕ ਹੋਰ ਵੀ ਐਸੀ ਚੀਜ਼ ਸੀ ਕਿ ਸਿਰਫ ਹੀਰੋਇਨ ਹੀ ਨਹੀਂ ਸੀ, ਉਹ ਇੱਕ ਕਾਮੇਡੀਅਨ ਹੀਰੋਇਨ ਵੀ ਸੀ। ਉਹ ਕਾਮੇਡੀ ਵੀ ਬੜੀ ਅੱਛੀ ਕਰਦੀ ਹੁੰਦੀ ਸੀ ਨਾਲ ਨਾਲ। ਇੱਕ ਉਹ ਦੌਰ ਵੀ ਸੀ ਵੀ ਉਹਨੂੰ ਉਹ ਸਕ੍ਰਿਪਟ ਦਿੱਤਾ ਵੀ ਉਸ ਤਰ੍ਹਾਂ ਜਾਂਦਾ ਸੀ। ਲਓ ਜੀ, ਸਿਲਸਿਲਾ ਚੱਲਣ ਤੋਂ ਬਾਅਦ ਨਾ ਫਿਰ ਤਾਂ ਜਨਾਬ ਜਿਹੜੀਆਂ ਉਹਨਾਂ ਦੀਆਂ ਫਿਲਮਾਂ ਸੀ ਨਾ ਮੁਫਤਬਰ ਤੋਂ ਬਾਅਦ ਫਿਰ ਉਹਨਾਂ ਨੇ ਘੂੰਘਟ ਬਣਾਈ, ਫਿਰ ਚੂੜੀਆਂ, ਫਿਰ ਟਾਂਗੇ ਵਾਲਾ, ਫਿਰ ਚਾਚਾ ਖਾਮਖਾ, ਫਿਰ ਮੇਰਾ ਮਾਹੀ, ਫਿਰ ਡੋਲੀ, ਫਿਰ ਹੱਥਾਂ ਵਿੱਚ ਹੱਥ, ਮੇਰਾ ਖਿਆਲ ਆ ਜਾਂ ਹੱਥ ਜੋੜੀ ਸੀ। ਉਸ ਤੋਂ ਬਾਅਦ ਫਿਰ ਭਰਿਆ ਮੇਲਾ। ਯਾਰ ਤਾਦਾਦ ਤਾਂ ਬੜੀ ਲੰਬੀ ਆ ਕਿਉਂਕਿ ਮੈਂ ਹੁਣ ਇਹਦੇ 'ਚ ਉਹ ਤਾਂ ਜ਼ਿਕਰ ਨਹੀਂ ਕਰ ਰਿਹਾ, ਅੱਜ ਤਾਂ ਕੋਈ ਮਾਮਲਾ ਹੀ ਆਪਣਾ ਹੋਰ ਹੈ ਨਾ, ਜ਼ਿਕਰ ਹੀ ਤਾਂ ਆਪਾਂ ਦੂਸਰੇ ਤਰੀਕੇ ਦਾ ਕਰ ਰਹੇ ਹਾਂ ਵੀ ਉਹਨਾਂ ਨਾਲ ਹੋਇਆ ਕੀ ਆ। ਲਓ ਜੀ, ਇੰਨੀਆਂ ਫਿਲਮਾਂ 'ਚ ਕੰਮ ਕਰਨ ਤੋਂ ਬਾਅਦ ਨਾ ਮਕਸਦ ਇਹ ਆ ਕਿ ਉਹ ਇੱਕ ਉਹਦੀ ਪਹਿਚਾਣ ਬਣ ਗਈ, ਇੱਕ ਨਾਮ ਬਣ ਗਿਆ, ਬੜਾ ਸ਼ੋਹਰਤ ਹੋਈ ਔਰ ਭਰਪੂਰ ਤਰੀਕੇ ਨਾਲ ਉਹ ਕੰਮ ਕਰ ਰਹੀ ਸੀ। ਲੇਕਿਨ ਐਸਾ ਵਾਕਿਆ ਹੋਇਆ ਕਿ 1970 ਜਿਹੜਾ ਦੌਰ ਸੀ ਨਾ, ਜਦੋਂ ਉਹ ਆਇਆ ਨਾ ਉਦੋਂ ਟ੍ਰੈਂਡ ਹੀ ਬਿਲਕੁਲ ਬਦਲ ਗਿਆ ਔਰ ਟ੍ਰੈਂਡ ਬਦਲਦੇ ਨਾਲ ਜਿਹੜਾ ਨਾ ਟ੍ਰੈਂਡ ਚੇਂਜ ਹੋਇਆ ਜਦੋਂ, ਅਤੇ ਕਹਿੰਦੇ ਆ ਕਿ ਬੈਕ ਵਕਤ ਹੀ ਨਾ ਰਜ਼ੀਆ ਸਾਹਿਬਾ ਜਿਹੜੀ ਸੀ ਨਾ ਉਹਦੀ ਉਹ ਫਿਲਮੀ ਮਾਰਕੀਟ ख़त्म हो गई। बस वो ट्रेंड चेंज होया
ਤੇ ਕੋਈ ਨਵੇਂ ਲੋਕ ਆ ਗਏ। ਉਹ ਨਵੇਂ ਲੋਕਾਂ ਦੀ ਵਜ੍ਹਾ ਤੋਂ ਨਾ ਉਹ ਬਿਲਕੁਲ ਹੀ ਮਤਲਬ ਐਸਤਾ ਹੁਣ ਐਜ਼ ਏ ਹੀਰੋਇਨ ਹੋਣ ਦੇ ਨਾਤੇ ਹੁਣ ਉਹਨੇ ਛੋਟੇ ਮੋਟੇ ਰੋਲ ਤਾਂ ਕਰਨੇ ਨਹੀਂ ਸੀ। ਉਹ ਬੈਠ ਗਈ। ਫਿਰ ਜਨਾਬ ਕੁਛ ਲੋਕਾਂ ਨੇ ਮਸ਼ਵਰਾ ਦਿੱਤਾ ਕਿ ਤੂੰ ਘਰ ਨਾ ਬਹਿ, ਘਰ ਬਹਿਣ ਨਾਲ ਅੱਛਾ ਨਹੀਂ ਹੁੰਦਾ, ਅਤੇ ਤੂੰ ਕੁਛ ਛੋਟੇ ਮੋਟੇ ਨਾਲ ਜਿਹੜਾ ਸਾਈਡ ਹੀਰੋਇਨ ਵਗੈਰਾ ਇੱਦਾਂ ਦੇ ਨਾਲ ਕਿਰਦਾਰ ਕਰ ਲਿਆ ਕਰ। ਉਹਨੇ ਕਿਹਾ ਜੀ ਨਹੀਂ, ਉਹਨੇ ਜ਼ਿੱਦ ਹੀ ਬਣਾ ਲਈ ਕਿ ਮੈਂ ਨਾ ਨਹੀਂ ਕੰਮ ਕਰਨਾ। ਮੈਂ ਅਗਰ ਹੀਰੋਇਨ ਦੇ ਮੈਨੂੰ ਕਿਰਦਾਰ ਮਿਲੇ ਤਾਂ ਠੀਕ ਆ, ਅਗਰ ਨਹੀਂ ਮਿਲੇ ਤੇ ਮੈਂ ਨਹੀਂ ਕਰਨਾ। ਉਹ ਕੁਛ ਦੇਰ ਕਹਿੰਦੇ ਬੈਠੀ, ਲੇਕਿਨ ਉਹ ਕੰਮ ਤਾਂ ਬਿਲਕੁਲ ਖ਼ਤਮ ਹੋ ਗਿਆ। ਫਿਰ ਕਹਿੰਦੇ ਆ ਕਿ ਵਿੱਚੋਂ ਕੁਛ ਲੋਕ ਐਸੇ ਵੀ ਹੁੰਦੇ ਆ, ਉਹ ਜਿਹਨੂੰ ਕਹਿੰਦੇ ਆ ਨਾ ਬਸ ਐਵੇਂ ਔਲ ਬੋਲ ਵਾਦ ਬਕਣ ਵਾਲੇ। ਉਹਨੇ ਇਹ ਨਹੀਂ ਵੇਖਿਆ ਕਿ ਇਹਦਾ ਇਮੇਜ ਕੀ ਯਾਰ, ਇਹਨੇ ਪਹਿਲੇ ਕੋਈ ਐਸਾ ਵਲਗਰ ਟਾਈਪ ਦਾ ਕੰਮ ਨਹੀਂ ਕੀਤਾ, ਇਹਨੇ ਫਾਸ਼ੀ ਟਾਈਪ ਦਾ ਕੰਮ ਨਹੀਂ ਕੀਤਾ ਕੋਈ। ਅਤੇ ਉਹਨੂੰ ਫਿਰ ਮਸ਼ਵਰਾ ਦੇ ਰਹੇ ਆ, ਤੂੰ ਇਵੇਂ ਕਰ, ਤੂੰ ਵਲਗਰ ਟਾਈਪ ਦੇ ਜਿਹੜੇ ਰੋਲ ਆ ਨਾ ਉਹ ਕਰ ਲਾ, ਕੋਈ ਮਾੜਾ ਮੋਟੇ ਜਿਹੜੇ ਨਾ ਊਂਚ ਨੀਚ ਕੱਪੜਿਆਂ 'ਚ ਕਰਕੇ ਉਹ ਕਰ, ਅਤੇ ਫਿਰ ਦੁਬਾਰਾ ਤੇਰੀ ਫਿਲਮਾਂ ਜਿਹੜਾ ਨਾ ਆਮਦ ਹੋ ਜਾਏਗੀ ਔਰ ਤੇਰਾ ਰੋਜ਼ਗਾਰ ਜਿਹੜਾ ਨਾ ਅੱਛੇ ਤਰੀਕੇ ਨਾਲ ਚੱਲ ਪਏਗਾ। ਲੇਕਿਨ ਜਨਾਬ ਵੈਸੇ ਕਮਾਲ ਦੀ ਗੱਲ ਆ ਕਿ ਵਾਕਈ ਬੈਕਗਰਾਊਂਡ ਜਿਹੜਾ ਨਾ ਉਹ ਲੱਗਾ ਕਿ ਮਜ਼ਬੀ ਜਾ। ਉਹਨੇ ਕਿਹਾ ਜੀ ਬਿਲਕੁਲ ਨਹੀਂ ਕਰਨਾ, ਮੈਂ ਬਿਲਕੁਲ ਨਹੀਂ ਕਰਨਾ, ਮੈਂ ਕੋਈ ਕੰਮ ਨਹੀਂ ਕਰਨਾ। ਇਹ ਜਿਹੜਾ ਤੁਸੀਂ ਦੱਸਣ ਰਹੇ ਹੋ ਨਾ ਵਲਗਰ ਕਿਸਮ ਦਾ ਸ਼ਾਟ ਜਿਹੜੇ, ਇਹ ਤਾਂ ਮੈਂ ਬਿਲਕੁਲ ਸੀ ਨਾਂ ਨਹੀਂ ਲੈਣਾ, ਮੈਂ ਬਿਲਕੁਲ ਨਹੀਂ ਕਰਨਾ। ਲਓ ਜੀ, ਉਹਨੇ ਬਿਲਕੁਲ ਇਨਕਾਰ ਕੀਤਾ। ਔਰ ਇਸ 'ਤੇ ਹੀ ਜਨਾਬ ਕਿਉਂਕਿ ਕਾਫੀ ਅਰਸਾ ਜਿਹੜਾ ਨਾ ਉਹ ਘਰ ਬਹਿਣ ਤੋਂ ਬਾਅਦ ਨਾ ਪਤਾ ਨਹੀਂ ਕੀ ਜ਼ਿਹਨ 'ਚ ਆਇਆ ਜਾਂ ਕੀ ਕਿਸੇ ਨੇ ਕੋਈ ਉਹਨੂੰ ਪੜ੍ਹਾਇਆ ਜਾਂ ਕੀ ਉਹਦੇ ਜ਼ਿਹਨ ਨੇ ਗੱਲ ਕੀਤੀ ਹੈ, ਉਹਨੇ ਨਾ ਅਚਾਨਕ ਹੀ ਜਿਹੜੀ ਨਾ ਇਹ ਗੱਲ ਇਹ ਸਾਹਮਣੇ ਆਈ, ਮੇਰੇ ਖਿਆਲ 1987-88 'ਚ, ਕਿ ਜੀ ਉਹ ਇੰਗਲੈਂਡ ਗਈ ਆ ਅਤੇ ਉੱਥੇ ਸਮਗਲਿੰਗ ਦੇ ਕੇਸ ਵਿੱਚ ਨਾ ਉਹ ਪਕੜੀ ਗਈ ਆ। ਔਰ ਸਮਗਲਿੰਗ ਦਾ ਤੁਹਾਨੂੰ ਪਤਾ ਹੀ ਹੈ ਕਿ ਬੈਰੂਨੀ ਮੁਲਕਾਂ ਜਿਹੜਾ ਡਰੱਗ ਵਗੈਰਾ ਜਿਹੜਾ ਬਹੁਤ ਹੀ ਖਤਰਨਾਕ, ਦੁਨੀਆ 'ਚ ਹਰ ਮੁਲਕ 'ਚ ਹੀ ਐਵੇਂ ਆ, ਕਿਉਂਕਿ ਡਰੱਗ ਹੈ ਵੀ ਗਲਤ ਆ, ਕਰਨਾ ਵੀ ਨਹੀਂ ਚਾਹੀਦਾ ਹੈ। ਉਹਨੇ ਮੈਨੂੰ ਨਹੀਂ ਸਮਝ ਆਈ ਕਿ ਉਹਨੇ ਐਡੀ ਵੱਡੀ ਅਦਾਕਾਰਾ ਹੋਣ ਦੇ ਨਾਤੇ ਐਸਾ ਉਹਦੇ ਕੀ ਜ਼ਿਹਨ 'ਚ ਆਇਆ ਕਿ ਜਿਹੜਾ ਉਹ ਡਰੱਗ ਲੈ ਕੇ ਅਤੇ ਉਹ ਦੂਸਰੇ ਮੁਲਕ ਪਹੁੰਚ ਗਈ। ਲਓ ਜੀ, ਉੱਥੇ ਜਦੋਂ ਤੁਹਾਨੂੰ ਪਤਾ ਹੀ ਆ ਕਿ ਜਦੋਂ ਫਿਰ ਕੇਸ ਵੇਸ ਜਾਂ ਓਪਨ ਹੋਏ ਜਾਂ ਉਹ ਪਕੜੀ ਗਈ ਅਤੇ ਫਿਰ ਉਹਦੇ ਵਾਸਤੇ ਇੱਕ ਐਸਾ ਮਸਲਾ ਖੜਾ ਹੋ ਗਿਆ ਕਿ ਮੁਸ਼ਕਿਲ ਹੋ ਗਈ। ਔਰ ਬਹੁਤ ਜ਼ਿਆਦਾ ਜਿਹੜਾ ਨਾ ਉਹ ਸ਼ਾਇਦ ਉੱਥੇ ਜਿਹੜੇ ਲੰਮੇ ਕੇਸ ਤੁਹਾਨੂੰ ਪਤਾ ਹੈ ਨਹੀਂ, ਛੋਟੇ ਮੋਟੇ ਕੇਸ ਆ। ਉਹਨਾਂ ਨੇ ਉਹ ਜਦੋਂ ਦਾਅਵੇ ਸ਼ਾਵੇ ਵੇਖੇ ਗਏ, ਸ਼ਹਾਦਾਤ ਦੇਖੇ ਗਏ, ਅਤੇ ਉਹਨਾਂ ਨੇ ਕਹਿੰਦੇ ਜੀ ਉਸ ਜੁਰਮ ਵਿੱਚ ਨਾ ਉਹਨੂੰ ਇੱਕ ਲੰਬੀ ਸਜ਼ਾ ਹੋਈ। ਔਰ ਫਿਰ ਚੰਦ ਲੋਕਾਂ ਨੇ ਇਹ ਵੀ ਗੱਲ ਕੀਤੀ ਕਿ ਜਿਹੜੀ ਨਾ ਇਹ ਡਰੱਗ ਦੇ ਕੇਸ ਜਿਹੜੀ ਉਹ ਉਸ ਮੁਲਕ 'ਚ ਪਕੜੀ ਗਈ ਸੀ, ਉਹ ਉੱਥੇ ਉਹਦੀ ਹਾਲਤ ਇਹ ਵਾ ਕਿ ਉਹ ਨਾ ਮਕਸਦ ਇਹ ਆ ਕਿ ਉਹ ਮਰ ਗਈ ਆ। ਲੇਕਿਨ ਉਹ ਫਿਰ ਅਚਾਨਕ ਇਹ ਵੀ ਪਤਾ ਲੱਗਿਆ ਕਿ ਕੁਛ ਅਰਸੇ ਤੋਂ ਬਾਅਦ ਜਿਹੜਾ ਨਾ ਉਹ ਵਾਪਸ ਪਾਕਿਸਤਾਨ ਆ ਗਈ, ਔਰ ਵਾਪਸ ਵੀ ਆਈ ਆ ਕਿਉਂਕਿ ਉਹ ਇੱਕ ਅਫਵਾਹ ਸੀ ਜਾਂ ਉਹ ਕੀ ਮਾਮਲਾ ਸੀ। ਪਾਕਿਸਤਾਨ ਆਈ ਆ, ਪਾਕਿਸਤਾਨ ਆ ਕੇ ਫਿਰ ਉਹਨੇ ਕਹਿੰਦੇ ਸ਼ਾਦੀ ਕੀਤੀ ਆ। ਸ਼ਾਦੀ ਤੋਂ ਬਾਅਦ ਉਹ ਕਿਸੇ ਐਸੀ ਜਗ੍ਹਾ ਦੇ ਉੱਤੇ ਜਾ ਕੇ ਨਾ ਫਿਰ ਉਹ ਰਹਿਣ ਲੱਗ ਗਈ, ਠਹਿਰ ਗਈ ਕਿ ਜਿਹੜਾ ਨਾ ਬਸ ਉਹ ਜ਼ਿੰਦਗੀ ਦੁਬਾਰਾ ਫਿਰ ਉਹ ਓਪਨ ਨਹੀਂ, ਫਿਰ ਸਾਹਮਣੇ ਨਹੀਂ ਆਈ। ਲਓ ਜੀ, ਦੱਸਣਾ ਤੁਹਾਨੂੰ ਸਾਡਾ ਕਿੱਸਾ ਕੈਸਾ ਲੱਗਾ। ਇਨਸ਼ਾਅੱਲਾ ਨਵੇਂ ਕਿਸੇ ਨਾਲ ਫਿਰ ਹਾਜ਼ਰ ਖਿਦਮਤ ਹੋਵਾਂਗੇ। ਉਨੀ ਦੇਰ ਤੱਕ अस्सलाम वालेकुम।